ਵਿਜ਼ਨ ਪੰਜਾਬ ਗਵਰਨਮੈਂਟ ਜੌਬਸ YouTube ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਮੇਰੇ ਸਾਰੇ ਸਰੋਤਿਆਂ ਨੂੰ ਵਿਜ਼ਨ ਪੰਜਾਬ ਗਵਰਨਮੈਂਟ ਜੌਬਸ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਵਾਸਤੇ ਪਹਿਲੀ ਵੀਡੀਓ ਇੱਕ ਅਜਿਹਾ ਟੌਪਿਕ ਲੈ ਕੇ ਆਇਆ ਹਾਂ ਜਿਸ ਦਾ ਸਾਰੇ ਕੰਪੀਟੀਸ਼ਨ ਟੈਸਟਾਂ ਦੇ ਵਿੱਚ ਮੈਥ ਦੇ ਟੌਪਿਕ ਵਜੋਂ ਇੱਕ ਬਹੁਤ ਹੀ ਮਹੱਤਵਪੂਰਨ ਕਨਸੈਪਟ ਹੈ। ਉਹ ਕਨਸੈਪਟ ਆਪਾਂ ਜਾਣਦੇ ਹਾਂ। ਸਭ ਤੋਂ ਪਹਿਲਾਂ ਉਹ ਕਨਸੈਪਟ ਦਾ ਨਾਮ ਹੈ ਰੇਸ਼ੋ ਐਂਡ ਪ੍ਰਪੋਰਸ਼ਨ। ਇਸ ਵਿੱਚ ਆਪਾਂ ਕਰਾਂਗੇ ਰੇਸ਼ੋ ਐਂਡ ਪ੍ਰਪੋਰਸ਼ਨ। ਇਸ ਨੂੰ ਆਪਾਂ ਮੁੱਢਲੀ ਤੋਂ ਲੈ ਕੇ ਡੀਪ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਆਪਾਂ ਸਭ ਤੋਂ ਪਹਿਲਾਂ ਕਨਸੈਪਟ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਰੇਸ਼ੋ ਕਿੰਨੀ ਪ੍ਰਕਾਰ ਦੀ ਹੈ ਤੇ ਕਿਹੜੀ ਰੇਸ਼ੋ ਹੁੰਦੀ ਹੈ, ਤੇ ਇਦਾਂ ਹੀ ਆਪਾਂ ਪ੍ਰਪੋਰਸ਼ਨ ਦੀ ਗੱਲ ਕਰਾਂਗੇ। ਇਹ ਟੌਪਿਕ ਜਿਹੜਾ ਲਗਭਗ ਹਰੇਕ ਐਗਜ਼ਾਮ ਦੇ ਵਿੱਚ, ਚਾਹੇ ਉਹ ਪੰਜਾਬ ਪੁਲਿਸ ਹੈ, ਪਟਵਾਰੀ ਦਾ ਐਗਜ਼ਾਮ ਹੈ, ਨਾਇਬ ਤਹਿਸੀਲਦਾਰ ਦਾ ਹੈ, ਜਾਂ ਹੋਰ ਵੀ ਜਿਹੜੇ ਮਾਸਟਰ ਕੇਡਰ ਦੀਆਂ ਪੋਸਟਾਂ ਨਿਕਲੀਆਂ ਹਨ, ਸਾਰਿਆਂ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਕਨਸੈਪਟ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਰੇਸ਼ੋ ਤੇ ਪ੍ਰਪੋਰਸ਼ਨ ਦੇ ਵਿੱਚ ਕੀ ਫਰਕ ਹੁੰਦਾ ਹੈ। ਰੇਸ਼ੋ ਦੇ ਵਿੱਚ ਕੀ ਹੈ ਕਿ 2 ਕਿਲੋ ਦਾਲ ਹੈ, 2 ਕਿਲੋ ਦਾਲ ਹੈ ਅਤੇ 3 ਕਿਲੋ ਚੀਨੀ ਹੈ। ਜੇ ਆਪਾਂ ਇਹਨਾਂ ਦੋਨਾਂ ਦੀ ਰੇਸ਼ੋ ਦੀ ਗੱਲ ਕਰੀਏ ਤਾਂ ਇਹਦੀ ਰੇਸ਼ੋ ਹੋਵੇਗੀ ਦਾਲ ਰੇਸ਼ੋ ਚੀਨੀ। 2 ਕਿਲੋ ਦਾਲ ਹੈ ਤੇ 3 ਕਿਲੋ ਚੀਨੀ ਆ। ਇਹਦਾ ਮਤਲਬ ਕਿ ਇਹਦੀ ਰੇਸ਼ੋ ਜਿਹੜੀ ਆ 2/3 ਆਵੇਗੀ। ਇਹ ਤੇ ਹੈ ਰੇਸ਼ੋ ਦਾ ਕਨਸੈਪਟ। ਤੇ ਜੇ ਆਪਾਂ ਪ੍ਰਪੋਰਸ਼ਨ ਦੀ ਗੱਲ ਕਰੀਏ, ਪ੍ਰਪੋਰਸ਼ਨ ਦਾ ਮਤਲਬ ਹੁੰਦਾ ਹੈ ਕਿ 2 ਕੁਆਂਟੀਟੀ ਨੂੰ ਇਕੁਅਲ ਕਰਨਾ। ਕਹਿਣ ਦਾ ਭਾਵ 2 ਕੁਆਂਟੀਟੀ ਨੂੰ ਕਿੱਦਾਂ ਆਪਾਂ ਇਕੁਅਲ ਕਰਨਾ ਕਿ ਜਿੱਦਾਂ 2 ਕਿਲੋ ਦਾਲ 100 ਰੁਪਏ ਦੀ ਹੈ ਅਤੇ 3 ਕਿਲੋ ਦਾਲ ਕਿੰਨੇ ਦੀ ਹੋਵੇਗੀ। ਇਹਦੇ ਵਿੱਚ ਜੇ ਆਪਾਂ ਦੇਖੀਏ ਤੇ 2 ਰੁਪਏ ਦੀ ਦਾਲ ਕਿੰਨੀ ਹੈ, 2 ਰੁਪਏ ਦੀ ਹੈ 100 ਕਿਲੋ ਦਾਲ। 2 ਕਿਲੋ ਦਾਲ ਹੈ 100 ਰੁਪਏ ਦੀ। ਤੇ ਜੇ ਆਪਾਂ 3 ਕਿਲੋ ਫਾਈਂਡ ਕਰਨੀ ਆ ਦਾਲ, ਤੇ ਉਹਦੀ ਕੀ ਰੇਸ਼ੋ ਆਊਗੀ, ਉਹਨੂੰ ਆਪਾਂ ਲਿਖਾਂਗੇ x, ਕਿਉਂਕਿ ਆਪਾਂ ਜਾਣਦੇ ਨਹੀਂ ਆ ਕਿ ਉਹ ਕਿੰਨੇ ਦੀ ਦਾਲ ਹੋਵੇਗੀ। ਇਹ ਕੀ ਆ, ਇਹ ਹੈਗਾ ਪ੍ਰਪੋਰਸ਼ਨ, ਜਿਹਦੇ ਵਿੱਚ 2 ਕੁਆਂਟੀਟੀ ਨੂੰ ਕੰਪੇਅਰ ਕੀਤਾ ਜਾਂਦਾ ਹੈ। ਉਹ ਹੈ ਪ੍ਰਪੋਰਸ਼ਨ। ਤੇ ਜਿਹਦੇ ਵਿੱਚ 2 ਕੁਆਂਟੀਟੀ ਦੀ ਰੇਸ਼ੋ ਦੱਸੀ ਜਾਂਦੀ ਹੈ, ਅਨੁਪਾਤ ਦੱਸਿਆ ਜਾਂਦਾ ਹੈ, ਉਹ ਹੈ ਰੇਸ਼ੋ। ਹੁਣ ਆਪਾਂ ਇਹਦੇ ਸਭ ਤੋਂ ਪਹਿਲਾਂ ਰੇਸ਼ੋ ਦੀਆਂ ਕਿਸਮਾਂ ਬਾਰੇ ਜਾਣਾਂਗੇ ਕਿ ਕਿੰਨੀ ਪ੍ਰਕਾਰ ਦੀ ਰੇਸ਼ੋ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਪ੍ਰਪੋਰਸ਼ਨ ਬਾਰੇ ਗੱਲ ਕਰਾਂਗੇ। ਪਹਿਲਾਂ ਆਪਾਂ ਕਨਸੈਪਟ ਨੂੰ ਕਲੀਅਰ ਸਮਝਾਂਗੇ, ਉਸ ਤੋਂ ਬਾਅਦ ਆਪਾਂ ਜਿਹੜੀਆਂ ਇਹਦੀਆਂ ਰਿਲੇਟਡ ਪ੍ਰੋਬਲਮਸ ਹਨ ਉਹਨਾਂ ਬਾਰੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਹੈ ਰੇਸ਼ੋ। ਰੇਸ਼ੋ ਕੀ ਹੈ? ਇਸ ਦੇ ਵਿੱਚ ਇੱਕ ਡਾਇਰੈਕਟ ਹੈ। ਕੀ ਹੈ? ਡਾਇਰੈਕਟ ਰੇਸ਼ੋ। ਡਾਇਰੈਕਟ ਰੇਸ਼ੋ ਦੇ ਵਿੱਚ ਕੀ ਹੈ ਕਿ ਜਿੱਦਾਂ ਫਾਰ ਐਗਜ਼ਾਮਪਲ ਆਪਾਂ ਕਹਿ ਲਈਏ, ਫਾਰ ਐਗਜ਼ਾਮਪਲ A ਰੇਸ਼ੋ B, ਜਿਹਨੂੰ ਕਿ ਆਪਾਂ A/B ਵੀ ਲਿਖ ਸਕਦੇ ਹਾਂ। ਇਹ ਹੈ ਡਾਇਰੈਕਟ ਰੇਸ਼ੋ। ਉਸ ਤੋਂ ਬਾਅਦ ਸੈਕਿੰਡ ਹੈ ਮਿਕਸਡ ਰੇਸ਼ੋ। ਸੈਕਿੰਡ ਕਿਹੜੀ ਹੈ? ਸੈਕਿੰਡ ਹੈ ਮਿਕਸਡ ਰੇਸ਼ੋ। ਇਸ ਵਿੱਚ ਕੀ ਹੈ ਮਿਕਸਡ ਰੇਸ਼ੋ ਦੇ ਵਿੱਚ? ਜਿਸ ਤਰ੍ਹਾਂ ਕਿ x/y ਐਂਡ p/q ਹੈ। ਇਸ ਵਿੱਚ ਮਿਕਸਡ ਰੇਸ਼ੋ ਕਿਹੜੀ ਹੋਵੇਗੀ? ਇਹ ਦੋਨੇ ਮਿਕਸਡ ਰੇਸ਼ੋ ਹੋਣਗੀਆਂ, px ਰੇਸ਼ੋ qy। ਇਹ ਹੈ ਮਿਕਸਡ ਰੇਸ਼ੋ। ਸਭ ਤੋਂ ਪਹਿਲਾਂ ਆਪਾਂ ਡਾਇਰੈਕਟ ਰੇਸ਼ੋ ਦੀ ਗੱਲ ਕਰੀਏ ਤਾਂ ਉਹ ਬਹੁਤ ਸਿੰਪਲ ਹੈ ਕਿ 2 ਕੁਆਂਟੀਟੀ ਨੂੰ ਆਪਾਂ ਰੇਸ਼ੋ ਦੇ ਵਿੱਚ ਦਿਖਾ ਦਿੱਤਾ। ਉਸ ਤੋਂ ਬਾਅਦ ਜੇ ਆਪਾਂ ਮਿਕਸਡ ਰੇਸ਼ੋ ਦੀ ਗੱਲ ਕਰੀਏ ਤਾਂ ਮਿਕਸਡ ਰੇਸ਼ੋ ਹੈ x/y ਐਂਡ p
q ਦੋ ਰੇਸ਼ੋ ਦਿੱਤੀਆਂ ਗਈਆਂ ਹਨ। ਜੇ ਆਪਾਂ ਇਹਨਾਂ ਨੂੰ ਮਿਕਸਡ ਰੇਸ਼ੋ ਦੇ ਵਿੱਚ ਲਿਖਾਂਗੇ ਤਾਂ ਇਹ ਕੀ ਆਵੇਗਾ px ਰੇਸ਼ੋ qy। ਉਸ ਤੋਂ ਬਾਅਦ ਆਪਾਂ ਅਗਲੀ ਰੇਸ਼ੋ ਦੀ ਗੱਲ ਕਰਦੇ ਹਾਂ। ਅਗਲੀ ਰੇਸ਼ੋ ਹੈ ਡੁਪਲੀਕੇਟ ਰੇਸ਼ੋ। ਅਗਲੀ ਰੇਸ਼ੋ ਦਾ ਨਾਮ ਹੈ ਡੁਪਲੀਕੇਟ ਰੇਸ਼ੋ। ਇਸ ਦੇ ਵਿੱਚ ਕੀ ਹੈ ਕਿ ਮੰਨ ਲਓ A ਅਤੇ B ਦੋ ਕੁਆਂਟੀਟੀਜ਼ ਹਨ। ਜੇ ਆਪਾਂ ਨੂੰ ਕਿਹਾ ਜਾਵੇ ਕਿ ਇਸ ਦੀ ਡੁਪਲੀਕੇਟ ਰੇਸ਼ੋ ਕੀ ਹੋਵੇਗੀ ਤਾਂ ਡੁਪਲੀਕੇਟ ਰੇਸ਼ੋ ਹੋਵੇਗੀ A ਦਾ ਸਕੁਅਰ ਰੇਸ਼ੋ B ਦਾ ਸਕੁਅਰ। ਫਾਰ ਐਗਜ਼ਾਮਪਲ ਕਿ ਜੇ ਆਪਾਂ ਨੂੰ ਦਿੱਤਾ ਗਿਆ ਹੋਵੇ ਕਿ 3:2 ਦੀ ਡੁਪਲੀਕੇਟ ਰੇਸ਼ੋ ਕੀ ਹੈ ਤਾਂ ਆਪਾਂ ਇਸ ਦਾ ਕੀ ਕਰਾਂਗੇ 3 ਦਾ ਸਕੁਅਰ ਕਰ ਦਾਂਗੇ ਤੇ ਦੂਜੇ ਪਾਸੇ 2 ਦਾ ਸਕੁਅਰ ਕਰ ਦਾਂਗੇ, ਜਿਹਦੇ ਨਾਲ ਕਿ ਇਹਦਾ ਆਨਸਰ ਆ ਜਾਵੇਗਾ 9:4। ਆਈ ਹੋਪ ਕਿ ਤੁਹਾਨੂੰ ਕਨਸੈਪਟ ਜੋ ਹੈ ਉਹ ਅੱਛੀ ਤਰ੍ਹਾਂ ਸਮਝ ਆ ਰਹੇ ਨੇ। ਡੁਪਲੀਕੇਟ ਰੇਸ਼ੋ ਦੇ ਵਿੱਚ ਕੀ ਹੈ ਕਿ ਆਪਾਂ ਜੋ ਵੀ ਅਨੁਪਾਤ ਆਪਾਂ ਨੂੰ ਦਿੱਤਾ ਗਿਆ ਹੈ ਆਪਾਂ ਉਸ ਦਾ ਸਕੁਅਰ ਕਰਨਾ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਅਗਲੀ ਟਾਈਪ ਹੈ ਸਬ ਡੁਪਲੀਕੇਟ। ਸਬ ਡੁਪਲੀਕੇਟ ਰੇਸ਼ੋ ਦੇ ਵਿੱਚ ਕੀ ਹੈ ਕਿ ਦੋ ਆਪਾਂ ਨੂੰ ਰੇਸ਼ੋ ਦਿੱਤੀਆਂ ਗਈਆਂ ਹਨ A ਅਤੇ B। ਜੇ ਆਪਾਂ ਇਹਨਾਂ ਦਾ ਸਬ ਡੁਪਲੀਕੇਟ ਰੇਸ਼ੋ ਫਾਈਂਡ ਕਰਨਾ ਹੋਵੇ ਤਾਂ ਆਪਾਂ ਕੀ ਕਰਾਂਗੇ। ਇਸ ਦੇ ਵਿੱਚ ਕੀ ਹੈ ਕਿ ਸਬ ਡੁਪਲੀਕੇਟ ਦੇ ਵਿੱਚ ਸਕੁਅਰ ਰੂਟ ਆ ਜਾਂਦਾ ਹੈ A ਦਾ ਸਕੁਅਰ ਰੂਟ ਤੇ B ਦਾ ਸਕੁਅਰ ਰੂਟ। ਫਾਰ ਐਗਜ਼ਾਮਪਲ ਜੇ ਮੈਂ ਕਹਾਂ ਕਿ 9 ਅਤੇ 4 ਦੀ ਸਬ ਡੁਪਲੀਕੇਟ ਰੇਸ਼ੋ ਕੀ ਹੋਵੇਗੀ ਤਾਂ ਆਪਾਂ ਸਬ ਡੁਪਲੀਕੇਟ ਰੇਸ਼ੋ ਦੇ ਵਿੱਚ ਕੀ ਕਰਾਂਗੇ ਇਸ ਦਾ ਸਕੁਅਰ ਰੂਟ ਕਰਾਂਗੇ ਤੇ 4 ਦਾ ਸਕੁਅਰ ਰੂਟ ਕਰਾਂਗੇ। ਹੁਣ ਇਹਨੂੰ ਆਪਾਂ ਕਨਸੈਪਟ ਨੂੰ ਥੋੜਾ ਹੋਰ ਈਜ਼ੀ ਤਰੀਕੇ ਨਾਲ ਸਮਝਣ ਲਈ ਆਪਾਂ ਇਸ ਦੇ ਫੈਕਟਰ ਬਣਾਵਾਂਗੇ। ਤੁਸੀਂ ਕਹੋਗੇ ਕਿ ਛੋਟੀਆਂ ਗੱਲਾਂ ਸਰ ਸਮਝਾ ਰਹੇ ਆ। ਮੇਰੇ ਸਮਝਾਉਣ ਦਾ ਮਤਲਬ ਇਹ ਆ ਕਿ ਆਪਾਂ ਬੇਸਿਕ ਤੋਂ ਸ਼ੁਰੂ ਕਰਾਂਗੇ। ਜਿਹੜੇ ਮੇਰੇ ਵੀਰ +2 ਕਰਕੇ ਪੰਜਾਬ ਪੁਲਿਸ ਦੀ ਭਰਤੀ ਦੇਖ ਰਹੇ ਆ ਉਹਨਾਂ ਦੇ ਕਨਸੈਪਟ ਕਈ ਬੱਚਿਆਂ ਦੇ ਨਹੀਂ ਕਲੀਅਰ ਹਾਲੇ, ਇਸ ਕਰਕੇ ਆਪਾਂ ਛੋਟੇ ਲੈਵਲ ਤੋਂ ਵੱਡੇ ਲੈਵਲ ਵੱਲ ਜਾਣ ਦੀ ਕੋਸ਼ਿਸ਼ ਕਰਾਂਗੇ। ਮੇਰੀ ਕੋਸ਼ਿਸ਼ ਇਹੀ ਹੈ ਕਿ ਜੇ ਤੁਹਾਨੂੰ ਬੇਸਿਕ ਕਨਸੈਪਟ ਸਮਝ ਲੱਗ ਗਏ ਤਾਂ ਪ੍ਰੋਬਲਮ ਜਿਹੜੀਆਂ ਵਾ ਉਹ ਤੁਸੀਂ ਆਪਣੇ ਆਪ ਵੀ ਸੋਲਵ ਕਰ ਸਕਦੇ ਆ। ਇਸ ਦੇ ਫੈਕਟਰ ਕਿੱਦਾਂ ਬਣਨਗੇ ਆਪਾਂ ਇਸ ਦੇ ਫੈਕਟਰ ਬਣਾਵਾਂਗੇ। 9 ਨੂੰ 3 ਨਾਲ ਡਿਵਾਈਡ ਕੀਤਾ 3 ਨਾਲ ਫਿਰ ਡਿਵਾਈਡ ਕੀਤਾ ਤੇ 1 ਆ ਗਿਆ। ਇਸੇ ਤਰ੍ਹਾਂ ਆਪਾਂ 4 ਦੇ ਫੈਕਟਰ ਬਣਾਵਾਂਗੇ 2 ਦੇ ਨਾਲ 2 ਦਾ 4 ਤੇ 2 ਦੇ ਨਾਲ ਡਿਵਾਈਡ ਕੀਤਾ 1 ਆ ਗਿਆ। ਇਹਨੂੰ ਆਪਾਂ ਕਿੱਦਾਂ ਲਿਖ ਸਕਦੇ ਆ 3 × 3 ਤੇ ਇਸੇ ਤਰ੍ਹਾਂ 4 ਦੇ ਫੈਕਟਰ 2 × 2 ਆ ਜਾਂਦੇ ਹਨ। ਤੇ ਆਪਾਂ ਨੂੰ ਪਤਾ ਕਿ ਜਦੋਂ ਆਪਾਂ ਕਿਸੇ ਵੀ ਨੰਬਰ ਦਾ ਸਕੁਅਰ ਰੂਟ ਕੱਢਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਕਾਮਨ ਨੰਬਰ ਲਿਆ ਜਾਂਦਾ। ਜਿੱਦਾਂ 3 ਆ ਇਹਦਾ ਕੀ ਆਵੇਗਾ 3। ਇਦਾਂ ਹੀ ਆ 2 ਦੇ ਵਿੱਚ ਪੇਅਰ ਕਿੰਨਾ ਵਾ 2 ਦਾ ਪੇਅਰ ਆ, ਇਹਦੇ ਵਿੱਚੋਂ ਆਪਾਂ 1 ਚੁੱਕ ਲਾਂਗੇ ਨੰਬਰ। ਇਹਦਾ ਮਤਲਬ ਕੀ ਆ ਕਿ ਸਬ ਡੁਪਲੀਕੇਟ ਰੇਸ਼ੋ 9:4 ਦੀ 3:2 ਆਈ ਆ। ਇਹ ਕਨਸੈਪਟ ਜੋ ਆ ਇਹ ਆਮ ਹੀ ਪੇਪਰਾਂ ਦੇ ਵਿੱਚ ਕੁਐਸਚਨ ਆ ਜਾਂਦਾ ਕਿ 9:4 ਦੀ ਸਬ ਡੁਪਲੀਕੇਟ ਰੇਸ਼ੋ ਕੀ ਹੋਵੇਗੀ ਜਾਂ 9:4 ਦੀ ਡੁਪਲੀਕੇਟ ਰੇਸ਼ੋ ਕੀ ਹੋਵੇਗੀ। ਸੋ ਇਸ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝਣਾ ਕਿਉਂਕਿ ਇਹ ਕਨਸੈਪਟ ਜੋ ਆ ਸਾਰੇ ਪੇਪਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆ। ਉਸ ਤੋਂ ਬਾਅਦ ਆਪਾਂ ਅੱਗੇ ਅਗਲੀ ਰੇਸ਼ੋ ਦੀ ਗੱਲ ਕਰਦੇ ਹਾਂ। ਉਸ ਰੇਸ਼ੋ ਦਾ ਨਾਮ ਹੈਗਾ ਟ੍ਰਿਪਲੀਕੇਟ ਰੇਸ਼ੋ। ਕੀ ਆ ਜੀ ਨਾਮ ਉਸ ਰੇਸ਼ੋ ਦਾ? ਉਸ ਰੇਸ਼ੋ ਦਾ ਨਾਮ ਹੈਗਾ ਟ੍ਰਿਪਲੀਕੇਟ ਰੇਸ਼ੋ। ਟ੍ਰਿਪਲੀਕੇਟ ਰੇਸ਼ੋ ਟ੍ਰਿਪਲੀਕੇਟ ਰੇਸ਼ੋ ਦੇ ਵਿੱਚ ਕੀ ਆ ਕਿ ਮੰਨ ਲਓ ਆਪਾਂ ਨੂੰ ਦੋ ਨੰਬਰ ਦਿੱਤੇ ਗਏ ਆ A:B। ਜੇ ਆਪਾਂ ਨੂੰ ਕਿਹਾ ਜਾਵੇ ਕਿ ਇਹਦੀ ਟ੍ਰਿਪਲੀਕੇਟ ਰੇਸ਼ੋ ਕੀ ਹੋਵੇਗੀ ਤਾਂ ਜਿੱਦਾਂ ਡੁਪਲੀਕੇਟ ਰੇਸ਼ੋ ਦੇ ਵਿੱਚ ਆਪਾਂ ਇਹਦਾ ਸਕੁਅਰ ਕੀਤਾ ਸੀ ਇਸੇ ਤਰ੍ਹਾਂ ਹੀ ਆਪਾਂ ਇਸ ਦੇ ਵਿੱਚ ਇਹਦਾ ਕਿਊਬ ਕਰਾਂਗੇ। ਇਸ ਦਾ ਮਤਲਬ ਕੀ ਆ ਕਿ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਤਾਂ ਦੇ ਰਿਹਾ ਤਾਂ ਕਿ ਕਨਸੈਪਟ ਨੂੰ ਸਮਝਣ ਦੇ ਵਿੱਚ ਜ਼ਿਆਦਾ ਦਿੱਕਤ ਨਾ ਆਵੇ ਤੁਹਾਨੂੰ।
ਕਿਉਂਕਿ A ਤੇ B ਦੇ ਵਿੱਚ ਬੱਚੇ ਜ਼ਿਆਦਾ ਕਨਫਿਊਜ਼ ਹੋ ਜਾਂਦੇ ਆ ਕਿ A ਕੀ ਆ ਤੇ B ਕੀ ਆ। ਇਸ ਕਰਕੇ ਮੈਂ ਤੁਹਾਨੂੰ ਕਨਸੈਪਟ ਦੱਸ ਰਿਹਾ। ਮੰਨ ਲਓ ਕਿ ਨੰਬਰ ਹੈਗਾ 5:6, ਇਹਦੀ ਟ੍ਰਿਪਲੀਕੇਟ ਰੇਸ਼ੋ ਕੀ ਆਵੇਗੀ? ਇਹਦੀ ਟ੍ਰਿਪਲੀਕੇਟ ਰੇਸ਼ੋ ਆਵੇਗੀ 5 ਦਾ ਸਕੁਅਰ ਕਰਾਂਗੇ ਆਪਾਂ ਤੇ 6 ਦਾ ਸਕੁਅਰ ਕਰਾਂਗੇ। 5 ਦਾ ਸਕੁਅਰ 5 ਦਾ 25 ਹੁੰਦਾ। ਇਸੇ ਤਰ੍ਹਾਂ 6 ਨੂੰ ਆਪਾਂ 6 ਦਾ ਸਕੁਅਰ ਕਰਾਂਗੇ ਤੇ 36 ਆਊਗਾ ਇਹਦਾ ਆਨਸਰ। ਆਈ ਹੋਪ ਕਿ ਤੁਹਾਨੂੰ ਟ੍ਰਿਪਲੀਕੇਟ ਰੇਸ਼ੋ ਬਾਰੇ ਵੀ ਪਤਾ ਲੱਗ ਗਿਆ ਹੋਵੇਗਾ। ਟ੍ਰਿਪਲੀਕੇਟ ਰੇਸ਼ੋ ਦੇ ਵਿੱਚ ਆਪਾਂ ਜਿਹੜੀ ਵੀ ਆਪਾਂ ਨੂੰ ਰੇਸ਼ੋ ਦਿੱਤੀ ਹੋਵੇ ਉਹਦਾ ਆਪਾਂ ਕਿਊਬ ਕਰਨਾ ਵਾ। ਟ੍ਰਿਪਲ ਦਾ ਮਤਲਬ ਹੀ ਕਿਊਬ ਹੁੰਦਾ ਵਾ। ਜੇ ਆਪਾਂ ਡਾਈ ਦਾ ਮਤਲਬ ਦੇਖੀਏ ਡੁਪਲੀਕੇਟ, ਉਹਦਾ ਮਤਲਬ ਹੁੰਦਾ ਸਕੁਅਰ। ਇਸੇ ਤਰ੍ਹਾਂ ਆਪਾਂ ਅਗਲੀ ਰੇਸ਼ੋ ਬਾਰੇ ਸਮਝਾਂਗੇ। ਅਗਲੀ ਰੇਸ਼ੋ ਦਾ ਨਾਮ ਹੈਗਾ ਸਬ ਟ੍ਰਿਪਲੀਕੇਟ ਰੇਸ਼ੋ। ਸਬ ਟ੍ਰਿਪਲੀਕੇਟ ਰੇਸ਼ੋ ਦੇ ਵਿੱਚ ਕੀ ਆ ਕਿ ਜਿੱਦਾਂ ਆਪਾਂ ਸਬ ਡੁਪਲੀਕੇਟ ਰੇਸ਼ੋ ਦੇ ਵਿੱਚ ਸਕੁਅਰ ਰੂਟ ਕੀਤਾ ਸੀ, ਇਸੇ ਤਰ੍ਹਾਂ ਇਹਦੇ ਵਿੱਚ ਕੀ ਆਊਗਾ? ਕਿਊਬ ਰੂਟ। ਇਹਦੇ ਵਿੱਚ ਕੀ ਆ ਕਿ ਜੇ ਆਪਾਂ ਸਬ ਟ੍ਰਿਪਲੀਕੇਟ ਰੇਸ਼ੋ ਫਾਈਂਡ ਕਰਾਂਗੇ ਤਾਂ ਇਹ ਕੀ ਆਊਗਾ? A ਦਾ ਕਿਊਬ ਰੂਟ ਰੇਸ਼ੋ B ਦਾ ਕਿਊਬ ਰੂਟ। ਹੁਣ ਇਹਦੇ ਵਿੱਚ ਜੇ ਆਪਾਂ ਇਹਦੀ ਐਗਜ਼ਾਮਪਲ ਲੈਨੇ ਆ, ਐਗਜ਼ਾਮਪਲ ਮੈਂ ਤਾਂ ਲੈ ਰਿਹਾ ਤਾਂ ਕਿ ਤੁਹਾਨੂੰ ਕਨਸੈਪਟ ਜਿਹੜਾ ਚੰਗੀ ਤਰ੍ਹਾਂ ਸਮਝ ਆ ਜੇ। ਆਪਾਂ ਮੰਨ ਲੈਨੇ ਆ ਕਿ 8:27 ਆਪਾਂ ਨੂੰ ਗਿਵਨ ਆ। ਇਹਦਾ ਆਪਾਂ ਕੀ ਕਰਨਾ? ਸਬ ਟ੍ਰਿਪਲੀਕੇਟ ਰੇਸ਼ੋ ਜਿਹੜੀ ਆ ਉਹ ਫਾਈਂਡ ਕਰਨੀ ਆ। ਸਬ ਟ੍ਰਿਪਲੀਕੇਟ ਰੇਸ਼ੋ ਦੇ ਵਿੱਚ ਕੀ ਹੁੰਦਾ ਵਾ ਕਿ 8 ਦਾ ਕਿਊਬ ਰੂਟ ਰੇਸ਼ੋ 27 ਦਾ ਕਿਊਬ ਰੂਟ। ਹੁਣ ਇਹਨੂੰ ਆਪਾਂ ਫੈਕਟਰ ਬਣਾਵਾਂਗੇ। ਪਹਿਲਾਂ 8 ਦੇ ਫੈਕਟਰ ਬਣਾਵਾਂਗੇ। 2 ਨਾਲ ਡਿਵਾਈਡ ਕੀਤਾ 4 ਆ ਗਿਆ। 2 ਨਾਲ ਫਿਰ ਡਿਵਾਈਡ ਕੀਤਾ 2 ਆ ਗਿਆ। 2 ਨੂੰ 2 ਨਾਲ ਡਿਵਾਈਡ ਕੀਤਾ 1 ਆ ਗਿਆ। ਇਸੇ ਤਰ੍ਹਾਂ ਆਪਾਂ 27 ਦੇ ਬਣਾਵਾਂਗੇ। 3 ਨਾਲ ਡਿਵਾਈਡ ਕੀਤਾ ਤੇ 9 ਆਇਆ। 9 ਨੂੰ ਫਿਰ 3 ਨਾਲ ਡਿਵਾਈਡ ਕੀਤਾ ਤੇ 3 ਆ ਗਿਆ। 3 ਨੂੰ 3 ਨਾਲ ਡਿਵਾਈਡ ਕਰਾਂਗੇ ਤਾਂ 1 ਆ ਗਿਆ। ਇਹਨੂੰ ਆਪਾਂ 8 ਨੂੰ ਕਿੱਦਾਂ ਲਿਖ ਸਕਦੇ ਹਾਂ? 2 × 2 × 2। ਇਸੇ ਤਰ੍ਹਾਂ 27 ਨੂੰ ਕਿੱਦਾਂ ਲਿਖਾਂਗੇ? 3 × 3 × 3। ਇਹਦੇ ਵਿੱਚ ਕੀ ਆ ਕਿ ਜਦੋਂ ਆਪਾਂ ਸਬ ਡੁਪਲੀਕੇਟ ਰੇਸ਼ੋ ਦੇ ਵਿੱਚ ਆਪਾਂ 2 ਕਾਮਨ ਦੇਖੇ ਕਿ 2 ਦਾ ਪੇਅਰ ਕਿਹੜਾ ਬਣਦਾ। ਇਹਦੇ ਵਿੱਚ ਕੀ ਆਪਾਂ ਦੇਖਾਂਗੇ ਕਿ 3 ਦੇ ਪੇਅਰ ਆਪਾਂ ਦੇਖਣੇ ਆ। ਜਿੱਦਾਂ ਇਹਦੇ ਵਿੱਚ 3 ਦਾ ਪੇਅਰ ਬਣ ਰਿਹਾ, ਇਹਦੇ ਵਿੱਚ ਵੀ 3 ਦਾ ਬਣ ਰਿਹਾ। ਇਹਦੇ ਵਿੱਚੋਂ ਆਪਾਂ ਕੀ ਕਰਾਂਗੇ? 2 ਬਾਹਰ ਕਾਮਨ ਕੱਢ ਲਾਂਗੇ 3 ਦੇ ਪੇਅਰ ਵਿੱਚੋਂ। ਇਸੇ ਤਰ੍ਹਾਂ 3 ਦੇ ਪੇਅਰ ਵਿੱਚੋਂ ਆਪਾਂ 3 ਬਾਹਰ ਕਾਮਨ ਕੱਢ ਲਾਂਗੇ। ਇਹਦਾ ਮਤਲਬ ਕੀ ਆ ਕਿ ਸਬ ਟ੍ਰਿਪਲੀਕੇਟ ਰੇਸ਼ੋ 8 ਅਤੇ 27 ਦੀ ਕੀ ਹੋਵੇਗੀ? 2:3। ਫਿਰ ਮੈਂ ਇੱਕ ਵਾਰੀ ਦੱਸ ਰਿਹਾ ਕਿ ਸਬ ਟ੍ਰਿਪਲੀਕੇਟ ਰੇਸ਼ੋ ਦੇ ਵਿੱਚ ਕੀ ਕੀਤਾ ਜਾਂਦਾ ਵਾ। ਜਿਹੜੀ ਆਪਾਂ ਨੂੰ ਰੇਸ਼ੋ ਦਿੱਤੀ ਹੁੰਦੀ ਹੈ ਉਹਦਾ ਆਪਾਂ ਕਿਊਬ ਰੂਟ ਕਰਦੇ ਆ। ਜਿਵੇਂ 8 ਤੇ 27 ਆਪਾਂ ਨੂੰ ਰੇਸ਼ੋ ਦਿੱਤੀ ਸੀ, ਜਦੋਂ ਆਪਾਂ ਇਹਦਾ ਕਿਊਬ ਰੂਟ ਫਾਈਂਡ ਕਰਾਂਗੇ ਉਹ ਆਊਗਾ 2:3। ਇਸੇ ਤਰ੍ਹਾਂ ਹੁਣ ਆਪਾਂ ਅਗਲੀ ਰੇਸ਼ੋ ਦੀ ਗੱਲ ਕਰਦੇ ਹਾਂ। ਜੇ ਤੁਹਾਨੂੰ ਕੁਝ ਨਾ ਇਹਦੇ ਵਿੱਚੋਂ ਸਮਝ ਆਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਤਾਂ ਕਿ ਮੈਂ ਤੁਹਾਡੇ ਜਿਹੜੇ ਕੁਐਸਚਨ ਆ ਜਾਂ ਕੁਐਰੀਜ਼ ਆ ਉਹਨਾਂ ਦਾ ਮੈਂ ਤੁਹਾਨੂੰ ਜਵਾਬ ਦੇ ਸਕਾਂ। ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਇਨਵਰਸ ਰੇਸ਼ੋ। ਇਨਵਰਸ ਰੇਸ਼ੋ ਦੇ ਵਿੱਚ ਕੀ ਆਪਾਂ ਨੂੰ ਪਤਾ, ਇਨਵਰਸ ਦਾ ਮਤਲਬ ਕੀ ਹੁੰਦਾ ਕਿ ਪੁੱਠਾ। ਆਪਾਂ ਨੂੰ ਮੰਨ ਲਓ ਰੇਸ਼ੋ ਦਿੱਤੀ ਆ A:B। ਇਹਦੇ ਵਿੱਚ ਕੀ ਆਊਗਾ ਕਿ 1/A ਰੇਸ਼ੋ 1/B। ਆਪਾਂ ਸਿੰਪਲ ਜੇ ਤਰੀਕੇ ਨਾਲ ਦੇਖੀਏ ਤੇ ਜੋ ਵੀ ਆਪਾਂ ਨੂੰ ਰੇਸ਼ੋ ਦਿੱਤੀ ਆ ਉਹਨੂੰ ਆਪਾਂ ਉਲਟਾ ਦੇਣਾ। ਮਤਲਬ ਕਿ ਉਹ ਰੇਸ਼ੋ ਨੂੰ ਆਪਾਂ ਥੱਲੇ ਲੈ ਆਉਣਾ, 1/A ਹੋ ਗਿਆ ਤੇ ਦੂਜੇ ਪਾਸੇ ਵੀ ਆਪਾਂ ਉਹ ਜਿਹੜੀ ਰੇਸ਼ੋ ਦਿੱਤੀ ਆ ਉਹਨੂੰ ਆਪਾਂ ਥੱਲੇ ਲੈ ਆਉਣਾ 1 ਦੇ, ਤੇ ਉਹ ਕੀ ਬਣ ਗਈ? ਇਨਵਰਸ ਰੇਸ਼ੋ। ਜਿੱਦਾਂ ਆਪਾਂ ਐਗਜ਼ਾਮਪਲ ਲੈਨੇ ਆ ਫਿਰ ਇਹਦੀ ਇੱਕ ਹੋਰ, ਫਾਰ ਐਗਜ਼ਾਮਪਲ 3:2 ਦਿੱਤਾ ਆਪਾਂ ਨੂੰ। ਜੇ ਆਪਾਂ ਇਹਦੀ ਇਨਵਰਸ ਰੇਸ਼ੋ ਦੇਖੀਏ ਤੇ ਉਹ ਕੀ ਹੋਵੇਗੀ? 1/3 ਰੇਸ਼ੋ 1/2। ਇਹ ਕੀ ਆ? ਇਹ ਹੈਗੀ ਆ ਇਨਵਰਸ ਰੇਸ਼ੋ। ਆਈ ਹੋਪ ਕਿ ਇਹ ਵੀ ਰੇਸ਼ੋ ਤੁਹਾਨੂੰ ਜਿਹੜੀ ਆ ਉਹ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੀ ਰੇਸ਼ੋ ਤੇ। ਇਹ ਮੈਂ ਤੁਹਾਨੂੰ ਤਾਂ
ਬੇਸਿਕ ਕਨਸੈਪਟ ਤੁਹਾਡੇ ਕਲੀਅਰ ਕਰਾ ਰਿਹਾ ਤਾਂ ਕਿ ਤੁਹਾਨੂੰ ਜਦੋਂ ਆਪਾਂ ਸਮ ਕਰਨੇ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਉਸ ਤੋਂ ਅਗਲੀ ਹੈਗੀ ਆ ਇਨਵਰਟੈਂਡੋ ਰੇਸ਼ੋ। ਇਹਦੇ ਵਿੱਚ ਕੀ ਆ ਕਿ ਮੰਨ ਲਓ ਆਪਾਂ ਨੂੰ ਰੇਸ਼ੋ ਦਿੱਤੀ ਆ A/B equal to C/D। ਇਹਦੇ ਵਿੱਚ ਆਪਾਂ ਕੀ ਲਿਖਾਂਗੇ ਇਨਵਰਟੈਂਡੋ ਰੇਸ਼ੋ ਦੇ ਵਿੱਚ ਇਹਦੇ ਵਿੱਚ ਆਪਾਂ ਕਰਾਂਗੇ ਕਿ ਜਿਹੜਾ ਆਪਾਂ ਨੂੰ ਦਿੱਤਾ ਗਿਆ C A/B C/D ਆਪਾਂ ਇਹਨੂੰ ਇਨਵਰਟ ਕਰ ਦਾਂਗੇ ਜਿੱਦਾਂ ਆਪਾਂ ਇਨਵਰਸ ਰੇਸ਼ੋ ਦੇ ਵਿੱਚ ਕੀਤਾ ਸੀ। ਇਹਨੂੰ ਆਪਾਂ ਕਰ ਦਾਂਗੇ B/A equal to D/C। ਇਹਨੂੰ ਆਪਾਂ ਬਿਲਕੁਲ ਹੀ ਇਨਵਰਸ ਕਰ ਦਾਂਗੇ। ਇਹ ਹੈਗੀ ਆ ਇਨਵਰਟੈਂਡੋ ਰੇਸ਼ੋ। ਇਹਦੀ ਵੀ ਜੇ ਆਪਾਂ ਇੱਕ ਐਗਜ਼ਾਮਪਲ ਦੇਖ ਲਈਏ, ਆਪਾਂ ਨੂੰ ਮੰਨ ਲਓ ਕਿ ਦਿੱਤਾ 3/2 equal to 4/5। ਜੇ ਆਪਾਂ ਇਹਦੀ ਇਨਵਰਟੈਂਡੋ ਰੇਸ਼ੋ ਫਾਈਂਡ ਕਰਾਂਗੇ ਤਾਂ ਉਹ ਕੀ ਆਊਗਾ, ਉਹ ਆਊਗਾ 2 ਰੇਸ਼ੋ ਦਿੱਤੀ ਆ A/B is equal to 3/7 ਐਂਡ ਕੀ ਦਿੱਤਾ ਆਪਾਂ ਨੂੰ ਕਿ B/C is equal to ਕੀ ਆ 7:6। ਤੇ ਆਪਾਂ ਨੂੰ ਪੇਪਰ ਦੇ ਵਿੱਚ ਕੀ ਫਾਈਂਡ ਕਰਨ ਲਈ ਕਿਹਾ ਜਾਂਦਾ, ਆਪਾਂ ਨੂੰ ਫਾਈਂਡ ਕਰਨ ਲਈ ਕਿਹਾ ਜਾਂਦਾ A/B/C ਜਿਹੜਾ ਵਾ ਉਹ ਆਪਾਂ ਫਾਈਂਡ ਕਰਨਾ। ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਆਪਾਂ ਦੇਖਾਂਗੇ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ A/B/C ਦੀ ਰੇਸ਼ੋ ਜੋ ਆ ਉਹ ਕਿਦਾਂ ਆਊਗੀ। ਸਭ ਤੋਂ ਪਹਿਲਾਂ ਤਾਂ ਆਪਾਂ A ਤੇ B ਤੇ C ਬਾਰੇ ਲਿਖ ਲੈਨੇ ਆ। ਪਹਿਲੀ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਗਿਆ 3:7 ਤੇ ਦੂਜੀ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਗਿਆ B7/6। ਇਹਦੇ ਵਿੱਚ ਜੇ ਆਪਾਂ ਦੇਖੀਏ ਤੇ ਦੋਨਾਂ ਕੜੀਆਂ ਨੂੰ ਕਿਹੜੀ ਚੀਜ਼ ਜੋੜਦੀ ਪਈ ਆ, B ਜੋੜਦੀ ਪਈ ਆ। B ਕੀ ਆ 7 ਕਾਮਨ ਆ ਦੋਨਾਂ ਦੇ ਵਿੱਚ। ਇਸ ਕਰਕੇ ਆਪਾਂ A ਨੂੰ ਲਿਖ ਸਕਦੇ ਆ 3, B ਨੂੰ ਲਿਖ ਸਕਦੇ ਆ 7 ਤੇ C ਨੂੰ ਲਿਖ ਸਕਦੇ ਆ 6। ਇਹ ਰੇਸ਼ੋ ਆ ਗਈ A/B/C। ਇਹ ਬਹੁਤ ਹੀ ਵਾਰ ਇਹ ਕੁਐਸਚਨ ਜਿਹੜਾ ਵਾ ਪੇਪਰ ਦੇ ਵਿੱਚ ਆ ਜਾਂਦਾ ਵਾ। SSC ਦੇ ਵਿੱਚ ਵੀ ਇਹ ਬਹੁਤ ਵਾਰੀ ਪੇਪਰ ਇਹ ਕੁਐਸਚਨ ਆ ਚੁੱਕਾ ਵਾ। ਤੇ ਜੋ ਆਪਣੇ ਪੇਪਰ ਹੁੰਦੇ ਆ ਪੰਜਾਬ ਦੇ ਜਿਨ੍ਹਾਂ ਦੀ ਕਿ ਆਪਾਂ ਸਪੈਸ਼ਲੀ ਤਿਆਰੀ ਕਰਾਉਣ ਦਾ ਜੁਮਾ ਚੁੱਕਿਆ ਵਾ, ਉਹਨਾਂ ਦੇ ਵਿੱਚ ਵੀ ਇਹ ਜਿਹੜਾ ਕੁਐਸਚਨ ਆ ਉਹ ਆਮ ਹੀ ਆ ਜਾਂਦਾ, ਜਿਹੜਾ ਕਿ ਬਿਲਕੁਲ ਹੀ ਬੇਸਿਕ ਕੁਐਸਚਨ ਆ। ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇ ਨਾ ਕੁਝ ਸਮਝ ਆਵੇ ਤਾਂ ਵੀਡੀਓ ਨੂੰ ਪੌਜ਼ ਕਰਕੇ ਦੇਖ ਸਕਦੇ ਹੋ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸੇ ਕੁਐਸਚਨ ਦੇ ਵਿੱਚ ਜੇ B ਦੀ ਕੁਆਂਟੀਟੀ ਜਿਹੜੀ ਆ ਚੇਂਜ ਕਰ ਦਿੱਤੀ ਜਾਵੇ। B ਦੀ ਰੇਸ਼ੋ ਆਪਾਂ ਜਿਹੜੀ ਆ ਉਹ ਇੱਥੇ ਚੇਂਜ ਕਰ ਦਿੰਨੇ ਆ ਤਾਂ ਕਿ ਤੁਹਾਨੂੰ ਕਨਸੈਪਟ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਇੱਥੇ ਆਪਾਂ 4 ਕਰ ਦਿੰਨੇ ਆ, ਇੱਥੇ ਆਪਾਂ ਕਰ ਦਿੰਨੇ ਆ 2:3। ਇੱਥੇ ਹੁਣ ਕੀ ਆ ਕਿ ਪਹਿਲੇ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਗਿਆ ਸੀ, ਇਹਦੇ ਵਿੱਚ ਪਹਿਲੇ ਦੇ ਵਿੱਚ ਆਪਾਂ ਨੂੰ ਦਿੱਤੀ ਗਈ ਸੀ ਰੇਸ਼ੋ B ਦੀ 4 ਤੇ ਇਹਦੇ ਵਿੱਚ ਕੀ ਦਿੱਤੀ ਗਈ ਆਪਾਂ ਨੂੰ ਸੈਕੰਡ ਦੇ ਵਿੱਚ 2। ਹੁਣ ਇੱਥੇ ਕੀ ਆ ਕਿ ਆਪਾਂ ਨੂੰ ਆ ਚੀਜ਼ ਜਿਹੜੀ ਆ ਕਾਮਨ ਕਰਨੀ ਹੋਊਗੀ। ਕਨਸੈਪਟ ਸਾਰਾ ਉਹਦੇ ਨਾਲ ਜੁੜਿਆ ਵਾ ਜਿਹੜਾ ਕਿ ਦੋਨਾਂ ਨੂੰ ਜੋੜਦਾ ਪਿਆ ਵਾ। ਇੱਥੇ ਕੀ ਆ ਹੁਣ ਕਿਹੜੀ ਚੀਜ਼ ਜੋੜਦੀ ਪਈ ਆ B ਦੇ ਵਿੱਚ ਕੀ ਆ ਕਿ ਆ 4 ਆ 2 ਆ। ਜੇ ਇਹਨੂੰ ਵੀ ਆਪਾਂ 2 ਦੇ ਨਾਲ ਮਲਟੀਪਲਾਈ ਕਰ ਦਈਏ ਤਾਂ ਇਹ ਵੀ ਕੀ ਬਣ ਜਾਊਗਾ 4। ਆਪਾਂ ਦੋਨਾਂ ਨੂੰ ਇੱਕ ਹੀ ਬੇਸ ਮੰਨ ਕੇ ਚੱਲਣਾ ਵਾ। ਜੇ ਆਪਣਾ ਆ ਜਿਹੜੀ ਕੜੀ ਜੋੜਦੀ ਪਈ ਆ ਜੇ ਉਹਦੀ ਵੈਲਿਊ ਇਕੁਅਲ ਆ ਗਈ ਤਾਂ ਆਪਾਂ ਜਿਹੜੀ ਆ ਰੇਸ਼ੋ ਉਹਨੂੰ ਫਾਈਂਡ ਜਿਹੜੀ ਆ ਈਜ਼ੀਲੀ ਕਰ ਸਕਦੇ ਆ। ਹੁਣ ਇੱਥੇ ਜਦੋਂ ਆਪਾਂ ਇਹਨੂੰ 2 ਨਾਲ ਮਲਟੀਪਲਾਈ ਕਰਾਂਗੇ ਤੇ ਇਹਦੇ ਨਾਲ ਕੀ ਆ ਕਿ ਆਪਾਂ ਨੂੰ C ਨੂੰ ਵੀ 2 ਨਾਲ ਮਲਟੀਪਲਾਈ ਕਰਨਾ ਪਊਗਾ। ਇੱਥੇ ਹੁਣ ਕੀ ਆਊਗਾ ਇਹਦਾ ਆਨਸਰ, ਜਿਹਦਾ ਆਪਾਂ ਆਨਸਰ ਦੇਖਾਂਗੇ ਤਾਂ ਉਹ ਹੋਊਗਾ 3 ਰੇਸ਼ੋ ਇੱਥੇ ਕੀ ਆ ਗਿਆ 4। ਤੇ ਇੱਥੇ ਨੋਟ ਕਰਨ ਵਾਲੀ ਗੱਲ ਆ ਕਿ ਇੱਥੇ 2 ਦਾ 4 ਆ ਗਿਆ ਤੇ ਇੱਥੇ ਕੀ ਆ ਗਿਆ 6 ਦਾ 12। ਆਈ ਹੋਪ ਕਿ ਤੁਹਾਨੂੰ ਪਹਿਲੀ ਪ੍ਰੋਬਲਮ ਦੇ ਵਿੱਚ ਤੇ ਦੂਜੀ ਪ੍ਰੋਬਲਮ ਦੇ ਵਿੱਚ ਜਿਹੜੀ ਆ ਉਹ ਸਮਝ ਆ ਗਈ ਹੋਊਗੀ ਕਿ ਕੀ ਦੋਨਾਂ ਦੇ ਵਿੱਚ ਡਿਫਰੈਂਸ ਸੀਗਾ। ਹੁਣ ਆਪਾਂ ਇਦਾਂ ਦਾ ਇੱਕ ਕਨਸੈਪਟ ਹੋਰ ਲੈਨੇ ਆ। ਕਈ ਵਾਰ ਕੀ ਕਿਹਾ ਹੁੰਦਾ ਪੇਪਰ ਦੇ ਵਿੱਚ ਕਿ A
ਕਈ ਵਾਰ ਪੇਪਰ ਦੇ ਵਿੱਚ ਕਿਹਾ ਜਾਂਦਾ ਕਿ 2:3 x ਦੀ ਵੈਲਿਊ x ਦਿੱਤਾ ਹੁੰਦਾ ਆਪਾਂ ਨੂੰ, ਇਹਦੀ ਆਪਾਂ ਵੈਲਿਊ ਫਾਈਂਡ ਕਰਨੀ ਹੁੰਦੀ ਆ। ਤੇ ਅੱਗੇ ਕੀ ਹੁੰਦਾ ਇੱਥੇ, ਫਾਰ ਐਗਜ਼ਾਮਪਲ 4 ਲੈ ਲਓ, ਇਹਨੂੰ ਆਪਾਂ ਕੀ ਲਿਖਾਂਗੇ 2/3 ਇਜ਼ ਇਕੁਅਲ ਟੂ x/4। ਇਹਦੇ ਵਿੱਚ ਆਪਾਂ ਕੀ ਕਰਾਂਗੇ, 4 ਨੂੰ ਆਪਾਂ x ਨੂੰ ਇੱਕ ਪਾਸੇ ਰਹਿਣ ਦਾਂਗੇ ਤੇ ਜੋ ਵੀ ਇਹਦੇ ਥੱਲੇ ਲੱਗਾ ਆ ਉਹਨੂੰ ਆਪਾਂ ਉਹਦੇ ਆਪੋਜ਼ਿਟ ਜਿਹੜਾ ਵਾ ਉਹ ਮਲਟੀਪਲਾਈ ਕਰ ਦਾਂਗੇ। ਓਵਰ ਕੀ ਆ ਗਿਆ 3, ਇੱਥੇ x ਇਹ ਕੀ ਆ ਗਿਆ 8/3। ਇਹਦਾ ਮਤਲਬ ਕਿ x ਦੀ ਵੈਲਿਊ ਕਿੰਨੀ ਆ ਗਈ 8/3। ਇਹ ਥੋੜਾ ਜਿਹਾ ਹੈਗਾ ਕੰਪਲਿਕੇਟਡ, ਕਿਉਂਕਿ ਇਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਆ ਕਿ ਜਿਹੜੇ ਬੱਚੇ ਬੇਸਿਕ ਤੋਂ ਸ਼ੁਰੂ ਕਰ ਰਹੇ ਉਹਨਾਂ ਨੂੰ ਸ਼ਾਇਦ ਓਵਰ ਦੀ ਪਹਿਲਾਂ ਸਟਾਰਟਿੰਗ ਦੇ ਵਿੱਚ ਸਮਝ ਨਾ ਲੱਗੇ। ਇਸ ਕਰਕੇ ਮੈਂ ਤੁਹਾਨੂੰ ਜਿਹੜਾ ਵਾ ਇਹਦਾ ਥੋੜਾ ਇਹਨੂੰ ਈਜ਼ੀ ਵੇ ਦੇ ਨਾਲ ਕਰਨਾ ਜਿਹੜਾ ਵਾ ਉਹ ਦੱਸੂਗਾ। ਇੱਥੇ ਆਪਾਂ ਮੰਨ ਲੈਨੇ ਆ ਕਿ 6 ਆ, 6 ਦੇ ਵਿੱਚ ਕੀ ਆ, ਇਹ ਮੈਂ ਤਾਂ ਸੋਲਵ ਕਰਾ ਰਿਹਾ ਕਿਉਂਕਿ ਜਿਹੜੇ ਬੱਚੇ ਬਿਗਨਰਸ ਤੋਂ ਸ਼ੁਰੂ ਕਰ ਰਹੇ ਆ ਉਹਨਾਂ ਨੂੰ ਇਸ ਦੀ ਪ੍ਰੋਬਲਮ ਨਾ ਆਵੇ। ਇਹਦੇ ਵਿੱਚ ਕੀ ਆ ਕਿ x ਨੂੰ ਆਪਾਂ ਇੱਥੇ ਰਹਿਣ ਦਿੰਨੇ ਆ, 2 × 6/3। ਇਹਦੇ ਵਿੱਚ ਕੀ ਆ ਕਿ 3 ਦੇ ਨਾਲ 6 ਜਿਹੜਾ ਉਹ ਕੈਨਸਲ ਹੋ ਜਾਊਗਾ, 3 1 ਦਾ 3 ਤੇ 3 2 ਦਾ ਕੀ ਹੁੰਦਾ 6। ਇੱਥੇ 2 2 ਦਾ ਕੀ ਆ ਗਿਆ 4। ਇਹਦਾ ਮਤਲਬ ਕਿ x ਦੀ ਵੈਲਿਊ ਕੀ ਆ ਗਈ 4। ਇਹ ਕਨਸੈਪਟ ਜਿਹੜਾ ਵਾ ਇਹ ਬਹੁਤ ਵਾਰੀ ਇਹ ਕੁਐਸਚਨ ਜਿਹੜਾ ਪੇਪਰ ਦੇ ਵਿੱਚ ਆ ਚੁੱਕਾ ਵਾ। ਇਹੀ ਕੁਐਸਚਨ ਨਹੀਂ ਪੇਪਰ ਦੇ ਵਿੱਚ ਆਉਂਦਾ, ਇਹਦੇ ਨਾਲ ਰਲਦੇ ਮਿਲਦੇ ਜਿਹੜੇ ਆ ਉਹ ਕੁਐਸਚਨ ਦੇ ਵਿੱਚ ਪੇਪਰ ਦੇ ਵਿੱਚ ਜਿਹੜੇ ਆ ਕੁਐਸਚਨਸ ਆ ਜਾਂਦੇ ਆ। ਤੇ ਆਈ ਹੋਪ ਕਿ ਤੁਹਾਨੂੰ ਪਹਿਲਾਂ ਬੇਸਿਕ ਜਿਹੜੀ ਆ ਉਹ ਸਮਝ ਆ ਗਈ ਹੋਊਗੀ ਤੇ ਇਸ ਦੇ ਬਾਅਦ ਜਿਹੜੀਆਂ ਪ੍ਰੋਬਲਮ ਆ ਉਹ ਵੀ ਸਮਝ ਆ ਰਹੀਆਂ ਹੋਣਗੀਆਂ। ਇੱਕ ਦੋ ਪ੍ਰੋਬਲਮਸ ਆਪਾਂ ਹੋਰ ਕਰਦੇ ਆ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਊਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਇਸ ਬਾਰੇ ਪੁੱਛ ਸਕਦੇ ਹੋ। ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਕਿ ਰੇਸ਼ੋ ਆਪਾਂ ਨੂੰ ਦਿੱਤੀ ਆ 3:2 16:x ਦੇ ਇਹਦੇ ਵਿੱਚ ਕੀ ਗਿਆ ਫਾਈਂਡ 4th ਰੇਸ਼ੋ। ਇਹਦੇ ਵਿੱਚ ਕੀ ਹੈ ਕਿ ਕਨਸੈਪਟ ਉਹੀ ਸੇਮ ਹੀ ਰਹਿਣਾ, 3/2 is equal to 16/x। ਇਹਦੇ ਵਿੱਚ ਕੀ ਆ, ਇਹਨੂੰ ਮੈਂ ਥੋੜਾ ਜਿਹਾ ਸਿੰਪਲ ਕਰਨ ਦੇ ਲਈ, ਕਿਉਂਕਿ ਬੱਚੇ ਬਿਗਨਰਸ ਵੀ ਹੈਗੇ ਆਪਣੇ ਕੋਲ, ਇਸ ਕਰਕੇ ਆਪਾਂ ਇੱਥੇ 15 ਲਿਖ ਲੈਨੇ ਆ ਤਾਂ ਕਿ ਜਿਹੜੇ ਬੱਚੇ ਸਟਾਰਟ ਕਰਦੇ ਪਏ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਹੁਣ ਇੱਥੇ ਆਪਾਂ ਨੂੰ ਬਹੁਤ ਹੀ ਧਿਆਨ ਨਾਲ ਦੇਖਣਾ ਹੋਊਗਾ। ਇੱਥੇ ਆਪਾਂ ਕੀ ਕਰਾਂਗੇ ਕ੍ਰਾਸ ਮਲਟੀਪਲਾਈ, x ਨੂੰ ਆਪਾਂ ਇੱਧਰ ਲੈ ਜੰਨੇ ਆ ਉੱਪਰ ਤੇ 15 ਦੇ ਨਾਲ ਕੀ ਮਲਟੀਪਲਾਈ ਹੋਊਗਾ, 2 ਨੂੰ ਆਪਾਂ 15 ਦੇ ਨਾਲ ਮਲਟੀਪਲਾਈ ਕਰ ਦਿੰਨੇ ਆ ਤੇ 3 ਜਿਹੜਾ ਵਾ ਉਹ ਕੀ ਆ ਜਾਊਗਾ ਨੀਚੇ। 3 ਨੂੰ ਆਪਾਂ 15 ਦੇ ਨਾਲ ਜੇ ਆਪਾਂ ਕੈਨਸਲ ਕਰਦੇ ਆ ਤਾਂ 3 1 ਦਾ 3, 3 5 ਦਾ 15, ਇਹ ਕੀ ਆ ਜਾਊਗਾ 5 2 ਦਾ 10। ਇਹਦਾ ਮਤਲਬ ਕਿ ਜਿਹੜਾ 4th ਰੇਸ਼ੋ ਆ ਜਿਹਦੀ ਕਿ ਆਪਾਂ ਨੂੰ ਵੈਲਿਊ x ਦਿੱਤੀ ਗਈ ਸੀ ਉਹ ਕੀ ਆ 10। ਇਸੇ ਤਰ੍ਹਾਂ ਬਾਕੀ ਜਿਹੜੀਆਂ ਹੋਰ ਵੀ ਪ੍ਰੋਬਲਮਸ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਵੀਡੀਓ ਜਿਹੜੀਆਂ ਵਾ ਉਹ ਅਪਲੋਡ ਕਰੂੰਗਾ ਤੇ ਤੁਹਾਨੂੰ ਤੁਹਾਡੇ ਜਿਹੜੇ ਕਨਸੈਪਟ ਆ ਮੈਥ ਦੇ ਨਾਲ ਰਿਲੇਟਡ, ਸਾਇੰਸ ਦੇ ਨਾਲ ਰਿਲੇਟਡ, ਉਹ ਸਾਡੀ ਵਿਜ਼ਨ ਪੰਜਾਬ ਗਵਰਨਮੈਂਟ ਜੌਬਸ ਦੀ ਜਿਹੜੀ ਟੀਮ ਹੈਗੀ ਆ ਉਹ ਇਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸਟੱਡੀ ਕਰਾਏਗੀ। ਤੇ ਮੈਂ ਜ਼ਿਆਦਾ ਨਾ ਕਹਿੰਦਾ ਆ, ਤੁਹਾਡੇ ਕੋਲੋਂ ਬਸ ਇਹੀ ਰਿਕੁਐਸਟ ਕਰਦਾ ਕਿ ਮੇਰੀ ਜਿਹੜੀ ਵੀਡੀਓ ਆ ਉਹਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਐਂਡ ਸ਼ੇਅਰ ਕਰੋ ਤਾਂ ਕਿ ਮੈਂ ਵੱਧ ਤੋਂ ਵੱਧ ਮੋਟੀਵੇਟ ਹੋ ਸਕਾਂ। ਧੰਨਵਾਦ। ਤੇ ਇੱਧਰ ਕੀ ਆਊਗਾ 5/4, ਕਹਿਣ ਦਾ ਭਾਵ ਕਿ ਆਪਾਂ ਇਹਨੂੰ ਇਨਵਰਟ ਕਰਤਾ, ਜਿਹੜੀ ਥੱਲੇ ਆ ਉਹਨੂੰ ਆਪਾਂ ਉੱਪਰ ਲੈ ਗਏ ਤੇ ਜਿਹੜੀ ਉੱਪਰ ਰੇਸ਼ੋ ਆ ਉਹਨੂੰ ਆਪਾਂ ਥੱਲੇ ਲੈ ਗਏ। ਉਸ ਤੋਂ ਬਾਅਦ ਜੇ ਆਪਾਂ ਅਗਲੀ ਰੇਸ਼ੋ ਬਾਰੇ ਡਿਸਕਸ ਕਰੀਏ ਤਾਂ ਉਹ ਹੈਗੀ ਆ, ਉਹ ਰੇਸ਼ੋ ਦਾ ਨਾਮ ਹੈ ਅਰਟੈਂਡੋ ਰੇਸ਼ੋ। ਇਸ ਦਾ ਮਤਲਬ ਕਿ ਅਲਟਰਨੇਟ ਉਹਦਾ, ਉਹ ਰੇਸ਼ੋ ਦਾ ਅਲਟਰਨੇਟ। ਫਾਰ ਐਗਜ਼ਾਮਪਲ ਆਪਾਂ ਨੂੰ A/B C/D ਰੇਸ਼ੋ ਦਿੱਤੀ ਆ
ਤੇ ਇਹਦਾ ਅਲਟੈਂਡੋ ਰੇਸ਼ੋ ਕੀ ਹੋਊਗਾ? ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਹ ਆਵੇਗਾ A/C ਤੇ ਦੂਜੇ ਪਾਸੇ ਆਵੇਗਾ B/D। ਕਹਿੰਦਾ ਪਾ ਕੇ ਆਪਾਂ ਇਹਨੂੰ ਅਲਟਰਨੇਟ ਕਰਤਾ। ਜਿਹੜੀਆਂ ਮੀਨਸ ਪੋਜੀਸ਼ਨ ਆ ਉਹਨਾਂ ਨੂੰ ਆਪਾਂ ਅਲਟਰਨੇਟ ਕਰਨਾ। ਇਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਆਪਸ ਦੇ ਵਿੱਚ ਇੰਟਰਚੇਂਜ ਹੋ ਜੂਗੀ, ਉਹਨੂੰ ਕਹਿੰਦੇ ਆ ਅਲਟਰਨੈਂਡੋ ਰੇਸ਼ੋ। ਇਹਦੀ ਵੀ ਆਪਾਂ ਇੱਕ ਐਗਜ਼ਾਮਪਲ ਲੈ ਲਈਏ, ਐਗਜ਼ਾਮਪਲ ਦੇ ਨਾਲ ਕਨਸੈਪਟ ਥੋੜੇ ਕਲੀਅਰ ਹੋ ਜਾਂਦੇ ਆ। ਆਪਾਂ ਦੇਖੀਏ ਇਹ ਹੈ 4/5 = 6/7। ਜੇ ਆਪਾਂ ਇਹਦੀ ਅਲਟਰਨੈਂਡੋ ਰੇਸ਼ੋ ਕਰਾਂਗੇ ਤਾਂ ਉਹ ਕੀ ਹੋਊਗੀ? 4/6 = 5/7। ਕਹਿੰਦਾ ਪਾ ਕੇ ਆਪਾਂ ਆ ਚੀਜ਼ ਨੂੰ ਇੰਟਰਚੇਂਜ ਕਰਾਂਗੇ। ਜਿਹੜੀਆਂ ਇਹਦੀਆਂ ਮੀਨਸ ਪੋਜੀਸ਼ਨਸ ਹੈਗੀਆਂ ਉਹਨਾਂ ਨੂੰ ਆਪਾਂ ਚੇਂਜ ਕਰ ਦਾਂਗੇ। ਮੀਨਸ ਪੋਜੀਸ਼ਨ ਕਿਦਾਂ? ਜਿੱਦਾਂ ਆਪਾਂ ਇਹਨੂੰ ਲਿਖਦੇ ਆ 4/5 ਪ੍ਰਪੋਰਸ਼ਨ 6/7। ਆ ਜਿਹੜੀਆਂ ਦੋਨੇ ਪੋਜੀਸ਼ਨਸ ਆ ਇਹ ਹੁੰਦੀਆਂ ਮੀਨ ਪੋਜੀਸ਼ਨਸ। ਇਹਦੇ ਵਿੱਚ ਕੀ ਕਰਾਂਗੇ ਆਪਾਂ? ਮੀਨਸ ਪੋਜੀਸ਼ਨ ਨੂੰ ਚੇਂਜ ਕਰਾਂਗੇ। ਆਈ ਹੋਪ ਕਿ ਤੁਹਾਨੂੰ ਇਹ ਵੀ ਰੇਸ਼ੋ ਬਾਰੇ ਜਿਹੜਾ ਉਹ ਸਮਝ ਆ ਗਿਆ ਹੋਊਗਾ। ਇਸ ਤੋਂ ਬਾਅਦ ਰੇਸ਼ੋ ਦਾ ਨਾਮ ਹੈਗਾ ਡਿਵੀਡੈਂਡੋ ਰੇਸ਼ੋ। ਡਿਵੀਡੈਂਡੋ ਰੇਸ਼ੋ ਦੇ ਵਿੱਚ ਕੀ ਆ ਕਿ ਆਪਾਂ ਨੂੰ ਮੰਨ ਲਓ ਦਿੱਤੀ ਆ A/B ਰੇਸ਼ੋ = C/D ਰੇਸ਼ੋ। ਇਹਦੇ ਵਿੱਚ ਆਪਾਂ ਕੀ ਕਰਨਾ ਕਿ A/B -1 ਕਰਾਂਗੇ ਤੇ C/D -1 ਕਰਾਂਗੇ। ਜੇ ਆਪਾਂ ਦੇਖੀਏ ਇਹਦਾ ਐਲਸੀਐਮ B ਆ ਗਿਆ, A - B ਤੇ ਇਹਦਾ ਐਲਸੀਐਮ ਆ ਗਿਆ D, C - D। ਇਹ ਕੀ ਆ ਜੂਗੀ? A/B ਦੀ ਇਹਦੀ ਡਿਵੀਡੈਂਡ ਰੇਸ਼ੋ ਕੀ ਆਊਗੀ? A-B/B = C-D/D। ਇਹ ਇਹਦੀ ਡਿਵੀਡੈਂਡ ਰੇਸ਼ੋ ਆ। ਜੇ ਆਪਾਂ ਇਹਦੀ ਵੀ ਇੱਕ ਛੋਟੀ ਜਿਹੀ ਐਗਜ਼ਾਮਪਲ ਲਈਏ ਤਾਂ ਉਹ ਕੀ ਆਊਗੀ? 3/4 ਰੇਸ਼ੋ 2/5। ਇਹਨੂੰ ਆਪਾਂ ਕੀ ਕਰਾਂਗੇ? 1 ਮਾਈਨਸ ਕਰਾਂਗੇ ਦੋਨੇ ਸਾਈਡਸ ਤੋਂ। 4 ਕਾਮਨ ਲਿਆ, 3 - 1 ਤੇ ਇਥੋਂ 5 ਆਪਾਂ ਐਲਸੀਐਮ ਲਿਆ 2 - 1। ਇਹਦੀ ਕੀ ਰੇਸ਼ੋ ਆਊਗੀ? ਇਹਦੀ ਰੇਸ਼ੋ ਆਊਗੀ 2/4 = 1/5। ਇਹ ਕੀ ਆ ਇਹਦੀ? 3/4 = 2/5। ਇਹਦੀ ਕੀ ਆ ਡਿਵੀਡੈਂਡ ਰੇਸ਼ੋ ਕੀ ਹੋਊਗੀ? 2/4 = 1/5। ਉਸ ਤੋਂ ਬਾਅਦ ਆਪਾਂ ਲਾਸਟ ਰੇਸ਼ੋ ਦੀ ਗੱਲ ਕਰਦੇ ਆਂ ਤੇ ਲਾਸਟ ਰੇਸ਼ੋ ਕੀ ਆ? ਲਾਸਟ ਰੇਸ਼ੋ ਹੈਗੀ ਆ ਕੰਪੈਂਡੋ ਐਂਡ ਡਿਵੀਡੈਂਡੋ। ਇਸ ਦੇ ਵਿੱਚ ਕੀ ਆ ਕਿ ਆਪਾਂ ਨੂੰ ਮੰਨ ਲਓ ਦਿੱਤੀ ਆ A/B = C/D ਰੇਸ਼ੋ। ਜੇ ਆਪਾਂ ਇਹਦਾ ਕੰਪੈਂਡੋ ਐਂਡ ਡਿਵੀਡੈਂਡੋ ਫਾਈਂਡ ਕਰਾਂਗੇ ਤਾਂ ਉਹ ਕੀ ਆਊਗਾ? A+B/A - B = C+D/C-D। ਜੇ ਆਪਾਂ ਇਹਦੀ ਵੀ ਇੱਕ ਐਗਜ਼ਾਮਪਲ ਲਈਏ ਤਾਂ ਐਗਜ਼ਾਮਪਲ ਦੇ ਵਿੱਚ ਕੀ ਆਊਗਾ? 3/5 ਐਗਜ਼ਾਮਪਲ ਲੈ ਰਹੇ ਆਪਾਂ ਤੇ 7/2। ਇਸ ਦੇ ਵਿੱਚ ਕੀ ਆ ਕਿ ਪਹਿਲਾਂ ਆਪਾਂ ਆ ਰੇਸ਼ੋ ਦੇ ਪਲੱਸ ਮਾਈਨਸ ਦੋਨੇ ਕਰ ਦਾਂਗੇ। 3 + 5 ਆਪਾਂ ਨੂੰ ਵੱਡਾ ਨੰਬਰ ਜੋ ਆ ਉੱਤੇ ਰੱਖਣਾ ਪਊਗਾ ਤਾਂ ਕਿ ਆਪਾਂ ਨੂੰ ਕਨਫਿਊਜ਼ਨ ਨਾ ਹੋਵੇ। ਵੈਸੇ ਤੇ ਛੋਟੇ ਨੰਬਰ ਦੇ ਨਾਲ ਵੀ ਆ ਜਾਊਗਾ ਪਰ ਆਪਾਂ ਬੇਸਿਕ ਕਨਸੈਪਟ ਕਲੀਅਰ ਕਰਾ ਰਹੇ ਤੁਹਾਡੇ, ਇਸ ਕਰਕੇ ਆਪਾਂ ਲੈਨੇ ਆ 7/2 5/3। ਇਹਦੇ ਵਿੱਚ ਕੀ ਆ? 7 ਦੇ ਵਿੱਚ ਆਪਾਂ 2 ਪਲੱਸ ਕਰਾਂਗੇ ਤੇ ਥੱਲੇ 2 ਮਾਈਨਸ ਕੀਤੇ ਜਾਣਗੇ। ਇਸੇ ਤਰ੍ਹਾਂ ਹੀ 5 ਦੇ ਵਿੱਚ 3 ਪਲੱਸ ਕਰਾਂਗੇ ਤੇ 5 ਦੇ ਵਿੱਚ 3 ਮਾਈਨਸ ਕੀਤੇ ਜਾਣਗੇ। ਹੁਣ ਜੇ ਆਪਾਂ ਇਹਦਾ ਆਨਸਰ ਦੇਖਦੇ ਹਾਂ ਤਾਂ ਇਹਦਾ ਆਨਸਰ ਆਊਗਾ 9/5 = 8/2।
ਇਹ ਕੀ ਆ ਕੰਪੈਂਡੋ ਐਂਡ ਡਿਵੀਡੈਂਡੋ। ਇਹ ਸਾਰੇ ਆ ਰੇਸ਼ੋਸ। ਇਸੇ ਤਰ੍ਹਾਂ ਜੇ ਆਪਾਂ ਪ੍ਰਪੋਰਸ਼ਨ ਦੀ ਗੱਲ ਕਰੀਏ ਤਾਂ ਪ੍ਰਪੋਰਸ਼ਨ ਹੁੰਦੇ ਆ ਦੋ ਤਰ੍ਹਾਂ ਦੇ ਪ੍ਰਪੋਰਸ਼ਨ ਹੁੰਦੇ ਆ, ਇੱਕ ਹੁੰਦੇ ਆ ਡਾਇਰੈਕਟਲੀ ਤੇ ਇੱਕ ਹੁੰਦੇ ਆ ਇਨਡਾਇਰੈਕਟਲੀ ਪ੍ਰਪੋਰਸ਼ਨ। ਪ੍ਰਪੋਰਸ਼ਨ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਉਹ ਹੁੰਦੇ ਆ ਡਾਇਰੈਕਟਲੀ ਤੇ ਸੈਕੰਡ ਹੁੰਦਾ ਇਨਡਾਇਰੈਕਟਲੀ। ਡਾਇਰੈਕਟਲੀ ਦੇ ਵਿੱਚ ਕੀ ਆ ਕਿ ਮੈਂ ਕਹਾਂ ਕਿ x ਜਿਹੜਾ ਵਾ ਉਹ ਕਿਹਦੇ ਪ੍ਰਪੋਰਸ਼ਨ ਆ, y ਦੇ। ਇਹਦਾ ਮਤਲਬ ਕੀ ਆ ਕਿ ਜਦੋਂ x ਵਾਧਾ ਪਿਆ ਵਾ ਉਹਦੇ ਨਾਲ y ਜਿਹੜਾ ਉਹ ਵੀ ਵਧੂਗਾ। ਇਹਦਾ ਮਤਲਬ ਕੀ ਆਊਗਾ ਕਿ x k into y। ਇੱਥੇ k ਕੀ ਆ, ਕਾਂਸਟੈਂਟ ਆ। k ਕੀ ਆ ਇੱਥੇ, ਕਾਂਸਟੈਂਟ। ਇਹਦੇ ਵਿੱਚ ਕੀ ਆ, ਡਾਇਰੈਕਟ ਪ੍ਰਪੋਰਸ਼ਨ ਦੇ ਵਿੱਚ ਕੀ ਆ ਕਿ ਜਦੋਂ ਇੱਕ ਚੀਜ਼ ਵੱਧਦੀ ਆ ਉਹਦੇ ਨਾਲ ਹੀ ਉਹਦੀ ਰੇਸ਼ੋ ਦੇ ਨਾਲ ਕੀ ਆ, ਉਹਦੀ ਪ੍ਰਪੋਰਸ਼ਨ ਦੇ ਨਾਲ ਦੂਜੀ ਜਿਹੜੀ ਕੁਆਂਟੀਟੀ ਆ ਉਹ ਵੀ ਵੱਧਦੀ ਆ। ਪਰ ਜੇ ਆਪਾਂ ਇੱਧਰ ਗੱਲ ਕਰਾਂਗੇ ਤਾਂ ਇੱਥੇ ਕੀ ਆ ਕਿ ਐਗਜ਼ਾਮਪਲ ਆਪਾਂ ਸੇਮ ਹੀ ਲੈਨੇ ਆ, x is directly proportion to ਕਿਹਦੇ ਆ, y ਦੇ। ਇਸੇ ਕੀ ਆ ਕਿ ਜੇ ਆਪਾਂ ਇਹਨੂੰ ਇਦਾਂ ਲਿਖੀਏ ਕਿ k is constant। k over y। ਇੱਥੇ ਕੀ ਆ ਕਿ ਜੇ x ਦੀ ਵੈਲਿਊ ਵਧੂਗੀ ਤਾਂ y ਦੀ ਵੈਲਿਊ ਜਿਹੜੀ ਆ ਉਹ ਘਟੂਗੀ, ਪਰ ਜੇ y ਦੀ ਵੈਲਿਊ ਵਧੂਗੀ ਤਾਂ x ਦੀ ਵੈਲਿਊ ਘਟੂਗੀ। ਕਹਿਣ ਦਾ ਭਾਵ ਕਿ ਇੱਕ ਦੂਜੇ ਦੇ ਉਲਟਾ। ਇਸ ਕਰਕੇ ਇਹਨੂੰ ਇਨਡਾਇਰੈਕਟਲੀ ਪ੍ਰਪੋਰਸ਼ਨ ਕਿਹਾ ਜਾਂਦਾ। ਤੇ ਡਾਇਰੈਕਟਲੀ ਦੇ ਵਿੱਚ ਇੱਕ ਚੀਜ਼ ਵੱਧਦੀ ਆ ਤੇ ਉਹਦੇ ਨਾਲ ਨਾਲ ਹੀ ਦੂਜੀ ਜਿਹੜੀ ਚੀਜ਼ ਆ, ਦੂਜੀ ਕੁਆਂਟੀਟੀ ਜਿਹੜੀ ਆ ਉਹ ਵੀ ਵੱਧਦੀ ਆ। ਇਹ ਆਈ ਹੋਪ ਕਿ ਤੁਹਾਨੂੰ ਰੇਸ਼ੋ ਐਂਡ ਪ੍ਰਪੋਰਸ਼ਨ ਦੀ ਜੋ ਬੇਸਿਕ ਜਾਣਕਾਰੀ ਆ ਉਹ ਕਲੀਅਰ ਹੋ ਗਈ ਹੋਊਗੀ। ਉਸ ਤੋਂ ਬਾਅਦ ਆਪਾਂ ਥੋੜੀਆਂ ਜਿਹੀਆਂ ਐਗਜ਼ਾਮਪਲਾਂ ਲੈਣੇ ਇਹਦੇ ਬਾਰੇ। ਐਗਜ਼ਾਮਪਲ ਕੀ ਆ